हेलो स्टूडेंट्स, नमस्कार, सत श्री अकाल। स्टूडेंट्स, कॉर्पोरेट गवर्नेंस ਦੇ ਇਹ ਸਾਡਾ ਤੀਸਰਾ ਲੈਕਚਰ ਹੈ ਤੇ ਇਸ ਲੈਕਚਰ ਦੇ ਵਿੱਚ ਅਸੀਂ ਗੱਲ ਕਰਾਂਗੇ ਪ੍ਰਿੰਸੀਪਲਸ ਆਫ ਗੁੱਡ ਕਾਰਪੋਰੇਟ ਗਵਰਨੈਂਸ, ਪਿਲਰਸ ਆਫ ਕਾਰਪੋਰੇਟ ਗਵਰਨੈਂਸ ਬਾਰੇ। ਪਹਿਲੀ ਗੱਲ, ਗੁੱਡ ਕਾਰਪੋਰੇਟ ਗਵਰਨੈਂਸ ਹੁੰਦੀ ਕੀ ਹੈ, ਇਸ ਨੂੰ ਮੈਂ ਆਪਣੇ ਲਫ਼ਜ਼ਾਂ ਦੇ ਵਿੱਚ ਬਿਆਨ ਕਰਦਾ। ਮੇਰੇ ਮੁਤਾਬਿਕ ਕਾਰਪੋਰੇਟ ਗਵਰਨੈਂਸ, ਗੁੱਡ ਕਾਰਪੋਰੇਟ ਗਵਰਨੈਂਸ, ਚੰਗੀ ਕਾਰਪੋਰੇਟ ਗਵਰਨੈਂਸ ਉਹ ਸਿਸਟਮ ਹੈ ਮੈਨੇਜਮੈਂਟ ਅਤੇ ਕੰਟਰੋਲ ਦਾ ਜੋ ਸਾਰੇ ਸਟੇਕ ਹੋਲਡਰ ਦੇ ਇੰਟਰਸਟ ਨੂੰ ਬੈਸਟ ਪੋਸੀਬਲ ਮੈਨਰ ਦੇ ਵਿੱਚ ਹੈਂਡਲ ਕਰਦੀ ਹੈ। ਅਕੋਰਡਿੰਗ ਟੂ ਮੀ, good corporate governance refers to that system of management and control which take care of the interest of all the stakeholders in the best possible manner। ਇਸ ਦੇ ਵਿੱਚ ਦੇਖੋ, ਮੇਰੇ ਮੁਤਾਬਿਕ ਇਹ ਕੰਪਰੀਹੈਂਸਿਵ ਹੈ, ਬਹੁਤ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ ਤੇ ਬਹੁਤ ਕੰਪਲੈਕਸ ਹੈ। ਕਹਿਣ ਨੂੰ ਸਾਰੇ ਸਟੇਕ ਹੋਲਡਰਸ ਦਾ ਇੰਟਰਸਟ ਦਾ ਧਿਆਨ ਰੱਖਣਾ ਹੈ, ਪਰ ਇਸ ਦੇ ਵਿੱਚ ਬੜੇ ਕਨਫਲਿਕਟਸ ਆਉਂਦੇ ਨੇ। ਉਸਨੂੰ ਮੈਨੇਜ ਕਰਨਾ ਬੜਾ ਮੁਸ਼ਕਿਲ ਹੈ ਤੇ ਉਸਨੂੰ ਮੈਨੇਜ ਕਰਨ ਲਈ ਕੁਝ ਪ੍ਰਿੰਸੀਪਲਸ ਹੈ, ਕੁਝ ਕੋਰ ਪ੍ਰਿੰਸੀਪਲਸ ਹੈ ਜੋ ਸਾਨੂੰ ਗਾਈਡ ਕਰਦੇ ਨੇ। ਉਹਨਾਂ ਕੋਰ ਪ੍ਰਿੰਸੀਪਲਸ ਬਾਰੇ ਗੱਲ ਕਰਨ ਤੋਂ ਪਹਿਲਾਂ ਮੈਂ ਇੱਕ ਸਟੇਟਮੈਂਟ ਬਾਰੇ ਗੱਲ ਕਰਨਾ ਚਾਹੁੰਦਾ ਜੋ ਜੇਮਸ ਵੋਲਫਨਸੋਹਨ, ਜੋ ਕਿ 9ਵੇਂ ਪ੍ਰੈਜ਼ੀਡੈਂਟ ਨੇ ਵਰਲਡ ਬੈਂਕ ਦੇ, ਉਹਨਾਂ ਨੇ ਕੋਟ ਕੀਤੀ ਸੀ। ਉਹਨਾਂ ਨੇ ਕਹੀ ਸੀ, ਕੀ ਕਿਹਾ ਸੀ ਉਹਨਾਂ ਨੇ? Corporate governance is about promoting corporate fairness, transparency and accountability। Corporate governance पर corporate fairness, transparency ਅਤੇ accountability ਨੂੰ ਪ੍ਰਮੋਟ ਕਰਨਾ ਹੈ। ਇਹੀ ਸਟੇਟਮੈਂਟ ਦੇ ਆਧਾਰ ਤੇ ਬਹੁਤ ਸਕੋਲਰਸ ਨੇ corporate governance ਦੇ 3 ਬੇਸਿਕ ਕੋਰ ਪ੍ਰਿੰਸੀਪਲਸ ਦਿੱਤੇ। ਉਹ ਕੋਰ ਪ੍ਰਿੰਸੀਪਲ ਕੀ ਨੇ? ਪਹਿਲੀ ਗੱਲ, ਪਹਿਲਾ ਪ੍ਰਿੰਸੀਪਲ ਫੇਅਰਨੈਸ, ਪਹਿਲਾ ਪਿਲਰ, ਸਾਡਾ ਪਹਿਲਾ ਸਤੰਭ। ਦੂਜਾ ਟਰਾਂਸਪੇਰੈਂਸੀ, ਤੀਸਰਾ ਸਤੰਭ ਸਾਡਾ ਹੈ ਅਕਾਊਂਟੇਬਿਲਿਟੀ। ਅਕੋਰਡਿੰਗ ਟੂ ਜੇਮਸ, 9th president of World Bank, corporate governance is about promoting corporate fairness, transparency and accountability। ਇਸ ਸਟੇਟਮੈਂਟ ਦੇ ਆਧਾਰ ਤੇ ਕਈ ਸਕੋਲਰਸ ਨੇ ਇਹ ਕਿਹਾ ਕਿ ਕਾਰਪੋਰੇਟ ਗਵਰਨੈਂਸ ਦੇ 3 ਕੋਰ ਪ੍ਰਿੰਸੀਪਲਸ ਨੇ, ਫੇਅਰਨੈਸ, ਟਰਾਂਸਪੇਰੈਂਸੀ ਅਤੇ ਅਕਾਊਂਟੇਬਿਲਿਟੀ। ਇਹਨਾਂ 3 ਸਤੰਭਾਂ ਤੇ ਸਾਡੀ ਕਾਰਪੋਰੇਟ ਗਵਰਨੈਂਸ ਟਿਕੀ ਹੋਈ ਹੈ। ਹੁਣ ਆਪਾਂ 1 by 1 ਇਹਨਾਂ ਦੀ ਗੱਲ ਕਰਦੇ ਹਾਂ। ਸਭ ਤੋਂ ਪਹਿਲਾਂ ਮੈਂ ਗੱਲ ਕਰਦਾ ਫੇਅਰਨੈਸ ਬਾਰੇ। ਸਾਡਾ ਪਹਿਲਾ ਪਿਲਰ ਜਿਹਦੇ ਉੱਤੇ ਸਾਡੀ ਕਾਰਪੋਰੇਟ ਗਵਰਨੈਂਸ ਟਿਕੀ ਹੋਈ ਹੈ। ਕੀ ਹੁੰਦੀ ਹੈ ਫੇਅਰਨੈਸ? ਫੇਅਰਨੈਸ ਤੋਂ ਮਤਲਬ ਸਾਰਿਆਂ ਨੂੰ ਇਕੁਅਲ ਟਰੀਟ ਕਰਨ ਤੋਂ ਹੈ। ਤੁਸੀਂ ਅਗਰ ਪੱਖਪਾਤ ਕਰਦੇ ਹੋ, ਉਸਨੂੰ ਅਸੀਂ ਅਨਫੇਅਰ ਕਹਿੰਦੇ ਹਾਂ। ਦੇਖੋ, ਫੇਅਰਨੈਸ ਨੂੰ ਅਗਰ ਤੁਸੀਂ ਕਾਰਪੋਰੇਟ ਕੰਪਨੀ ਦੇ ਕੰਟੈਕਸਚਰ ਦੇ ਵਿੱਚ ਗੱਲ ਕਰ ਰਹੇ ਹੋ, ਕੰਪਨੀ ਦੇ ਸੰਦਰਭ ਦੇ ਵਿੱਚ ਗੱਲ ਕਰ ਰਹੇ ਹੋ, ਤਾਂ ਤੁਹਾਡੇ ਮਾਈਂਡ ਦੇ ਵਿੱਚ ਵੈਰੀਅਸ ਸਟੇਕ ਹੋਲਡਰਸ ਹੋਣੇ ਚਾਹੀਦੇ ਨੇ। ਕੰਪਨੀ ਦੇ ਵਿੱਚ ਅਲੱਗ-ਅਲੱਗ ਪਾਰਟੀਆਂ ਹੁੰਦੀਆਂ ਨੇ। ਸਟੇਕ ਹੋਲਡਰਸ ਤੋਂ ਮਤਲਬ ਜਿਹੜਾ ਕੰਪਨੀ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਇੰਟਰਸਟ ਹੈ। ਹੁਣ ਚਾਹੇ ਉਹ ਸ਼ੇਅਰ ਹੋਲਡਰ ਹੋਣ, ਬੋਰਡ ਆਫ ਡਾਇਰੈਕਟਰਸ ਹੋਣ, ਮੈਨੇਜਮੈਂਟ ਹੋਵੇ, ਟੌਪ ਮੈਨੇਜਮੈਂਟ, ਮਿਡਲ ਮੈਨੇਜਮੈਂਟ, ਇੰਪਲੋਈਜ਼ ਹੋਣ, ਕਸਟਮਰਸ, ਸਪਲਾਇਰਸ, ਕੰਪੀਟੀਟਰਸ, ਪਬਲਿਕ ਇਨ ਲਾਰਜ, ਇਹ ਸਾਰਿਆਂ ਨੂੰ ਅਸੀਂ ਸਟੇਕ ਹੋਲਡਰ ਕਹਿੰਦੇ ਹਾਂ। ਤੇ ਜਦ ਤੁਸੀਂ ਕਾਰਪੋਰੇਟ ਫੇਅਰਨੈਸ ਦੀ ਗੱਲ ਕਰ ਰਹੇ ਹੋ ਤਾਂ ਤੁਹਾਡੇ ਮਾਈਂਡ ਦੇ ਵਿੱਚ ਇਹ ਸਾਰੇ ਸਟੇਕ ਹੋਲਡਰ ਹੋਣੇ ਚਾਹੀਦੇ ਆ। ਕਹਿਣ ਤੋਂ ਭਾਵ ਤੁਸੀਂ ਇਹਨਾਂ ਸਾਰਿਆਂ ਨੂੰ ਫੇਅਰ ਟਰੀਟ ਕਰਨਾ ਹੈ। ਫੇਅਰ ਟਰੀਟ ਕਰਨ ਤੋਂ ਮਤਲਬ ਇਹ ਨਹੀਂ ਕਿ ਤੁਸੀਂ ਸ਼ੇਅਰ ਹੋਲਡਰਸ ਨੂੰ ਇਗਨੋਰ ਕਰਕੇ ਤੁਸੀਂ ਕਸਟਮਰ ਨੂੰ ਗੱਲ ਨੂੰ ਵਜਨ ਦਿਓ ਸਿਰਫ। ਨਾ ਇਹ ਹੈ ਕਿ ਤੁਸੀਂ ਇਕੱਲੇ ਸ਼ੇਅਰ ਹੋਲਡਰ ਨੂੰ ਕੰਸੀਡਰ ਕਰਨਾ ਹੈ। ਫੇਅਰ ਟਰੀਟ ਕਰਨ ਤੋਂ ਮਤਲਬ ਜੋ ਸਟੇਕ ਹੋਲਡਰ ਦੀ ਪੋਜੀਸ਼ਨ ਹੈ ਉਸ ਮੁਤਾਬਿਕ ਉਹਨਾਂ ਨੂੰ ਫੇਅਰਲੀ ਟਰੀਟ ਕਰਨਾ ਹੈ। ਦੇਖੋ, ਹਰ ਇੱਕ ਦਾ ਕੰਪਨੀ ਦੇ ਜਿਹੜੇ ਡਿਫਰੈਂਟ ਸਟੇਕ ਹੋਲਡਰ ਨੇ ਉਹਨਾਂ ਦਾ ਉਹ ਇੰਟਰਸਟ ਅਲੱਗ ਹੈ, ਉਹਨਾਂ ਕੋਲ ਪਾਵਰ ਅਲੱਗ ਹੈ। ਉਸ ਪਾਵਰ ਇੰਟਰਸਟ ਮੈਟ੍ਰਿਕਸ ਦੇ ਮੁਤਾਬਿਕ ਸਟੇਕ ਹੋਲਡਰ ਦੀ ਜੋ ਪੋਜੀਸ਼ਨ ਬਣਦੀ ਹੈ
उसनू मद्देनजर रखते हुए तुसी सारिਆਂ ਨਾਲ फेयर ट्रीटमेंट करना है, किसी नाल पक्षपात बायसनेस नहीं करनी। हालांकि फेयर रहना बड़ा मुश्किल है, बड़ा दिक्कत है इस दे विच, क्योंकि ਇਹਦੇ ਕਰਕੇ ਕਨਫਲਿਕਟ ਆਫ ਇੰਟਰਸਟ ਕਈ ਵਾਰ ਹੋ ਜਾਂਦੇ ਨੇ। ਕਈ ਵਾਰ ਤੁਹਾਨੂੰ ਕਿਸੇ ਨਾ ਕਿਸੇ ਦੇ ਇੰਟਰਸਟ ਨਾਲ ਕੰਪਰੋਮਾਈਜ਼ ਕਰਨਾ ਪੈ ਸਕਦਾ ਹੈ, ਬਟ ਇਹ ਵਨ ਆਫ ਦੀ ਬੇਸਿਕ ਪ੍ਰਿੰਸੀਪਲ ਹੈ ਜੋ ਤੁਹਾਨੂੰ ਚੰਗੀ ਕਾਰਪੋਰੇਟ ਗਵਰਨੈਂਸ, ਇੱਕ ਚੰਗਾ ਸਿਸਟਮ ਮੈਨੇਜਮੈਂਟ ਦਾ डिजाइन करन दे विच, एस्टैबलिश करन दे विच गाइड करदा है। हुण आपां मूव करदे हां, गल करदे हां दूसरे प्रिंसीपल दी, दूसरे पिलर दी, ट्रांसपेरेंसी। ट्रांसपेरेंसी की हुंदी है? तुसीं ट्रांसपेरेंट ग्लास, ट्रांसपेरेंट कवर देखिया होगा। ट्रांसपेरेंसी हुंदी है कि तुसीं उसदे आर पार देख सकदे हो, आर पार देख सकदे हो। तुहानूं अगर ट्रांसपेरेंट ग्लास है तुहाडे कोले, कप, तो तुसीं उस कप दे अंदर की है? दुध है, चाह है या फिर पानी है। तुसीं ओहदे आर पार अराउंड देख सकदे हो, देख सकदे हो। कॉर्पोरेट ट्रांसपेरेंसी का की मतलब है? उत्थे इसका मतलब यह है कि जो भी कंपनी दी ट्रांजैक्शंस ने, डिसीजन मेकिंग है, वो किस आधार ते है, कौन लै रहा डिसीजनस, ओहदे लई लॉजिक की है वो डिसीजन दा, ਉਹ ਤੁਹਾਨੂੰ ਨਜ਼ਰ ਆ ਰਿਹਾ ਹੈ, ਉਹ ਤੁਹਾਡੇ ਤੋਂ ਹਿਡਨ ਨਹੀਂ ਹੈ। ਐ ਨਹੀਂ ਹੈਗਾ ਕਿ ਤੁਹਾਨੂੰ ਸਿਰਫ ਇਹ ਦੱਸ ਦਿੱਤਾ ਜਾਂਦਾ ਹੈ ਕਿ ਕੰਪਨੀ ਨੂੰ ਇਸ ਵਾਰ ਪ੍ਰੋਫਿਟ ਹੋ ਗਿਆ ਜਾਂ ਕੰਪਨੀ ਨੂੰ ਇਸ ਵਾਰ ਘਾਟਾ ਪੈ ਗਿਆ। ਕਿਉਂ ਪ੍ਰੋਫਿਟ ਹੋਇਆ, ਕਿਉਂ ਘਾਟਾ ਹੋਇਆ, ਇੱਕ ਪ੍ਰੋਜੈਕਟ ਅੰਡਰਟੇਕ ਕੀਤਾ ਸੀ ਉਹਦੇ ਕਰਕੇ ਸਾਨੂੰ ਇਸ ਵਾਰ ਘਾਟਾ ਪੈ ਗਿਆ। ਪ੍ਰੋਜੈਕਟ ਅੰਡਰਟੇਕ ਕਿਉਂ ਲਿੱਤਾ ਸੀਗਾ, ਕਿਵੇਂ ਪ੍ਰੋਜੈਕਟ ਨੂੰ ਡਿਸੀਜਨ ਲਿੱਤਾ ਗਿਆ ਸੀ ਕਿ ਪ੍ਰੋਜੈਕਟ ਲੈਣਾ ਜਾਂ ਨਹੀਂ। ਇਸ ਚੀਜ਼ ਨੂੰ ਅਸੀਂ ਟਰਾਂਸਪੇਰੈਂਸੀ ਕਹਿੰਦੇ ਹਾਂ। इट मीन्स ओपननेस। तुसी आर पार देख सकते हो, तुहानूं पता है कि कंपनी दे विच की चल रहा है। ये इच्छा शक्ति है कंपनी मैनेजमेंट दी। किस चीज की इच्छा शक्ति? इन्फॉर्मेशन प्रोवाइड करन दी अपने शेयर होल्डर नूं या अदर स्टेक होल्डर्स नूं, क्लीयर कट इन्फॉर्मेशन प्रोवाइड करन दी। तुहाडे कोल हाइड करन लई, लुकाउण लई कुछ नहीं है। तुसी अपनी फाइनेंशियल परफॉर्मेंस नूं डिस्कलोज कर रहे हो, फिगर्स ਨੂੰ डिस्कलोज कर रहे हो। पर एक गल ध्यान विच रखियो, ट्रांसपेरेंसी तो मतलब सिर्फ फाइनेंशियल स्टेटमेंट ਨੂੰ डिस्कलोज करन तो नहीं है, सिर्फ फैक्ट्स एंड फिगर्स ਨੂੰ डिस्कलोज करन तो नहीं है। ਉਹਦੇ ਪਿੱਛੇ ਦਾ ਮੈਕੈਨਿਜ਼ਮ ਕੀ ਹੈ, ਉਹਦੇ ਪਿੱਛੇ ਦੇ ਪ੍ਰੋਸੈਸ ਕੀ ਨੇ, ਉਸ ਨੂੰ ਵੀ डिस्कलोज करना है। इट इज द प्रिंसिपल that allows those affected by decision transactions to know not only the basic facts and figures but also the mechanism and process। ट्रांसपेरेंसी ਉਹ ਸਿਧਾਂਤ ਹੈ ਜੋ ਉਹ ਸਾਰੀ ਪਾਰਟੀਆਂ ਨੂੰ, ਉਹ ਸਾਰਿਆਂ ਨੂੰ ਹੱਕ ਦਿੰਦਾ ਹੈ ਜੋ ਕਿਸੇ ਡਿਸੀਜਨ ਤੋਂ ਜਾਂ ਟ੍ਰਾਂਜੈਕਸ਼ਨ ਤੋਂ ਪ੍ਰਭਾਵਿਤ ਹੁੰਦੇ ਨੇ ਕਿ ਉਹ ਡਿਸੀਜਨ ਅਤੇ ਟ੍ਰਾਂਜੈਕਸ਼ਨ ਦੇ ਪਿੱਛੇ ਦਾ ਮੈਕੈਨਿਜ਼ਮ ਕੀ ਹੈ, ਪ੍ਰੋਸੈਸ ਕੀ ਹੈ। ਸਾਰੇ ਮੈਨੇਜਰਸ ਦੀ ਡਿਊਟੀ ਬਣਦੀ ਹੈ ਕਿ ਉਹ ਵਿਜ਼ੀਬਲ, ਪ੍ਰੈਡਿਕਟੇਬਲ ਤੇ ਅੰਡਰਸਟੈਂਡੇਬਲ ਮੈਨਰ ਦੇ ਵਿੱਚ ਕੰਮ ਕਰਨ। ਜੋ ਕੁਝ ਵੀ ਕਰ ਰਹੇ ਨੇ ਉਸ ਨੂੰ ਸਾਨੂੰ ਪਤਾ ਹੋਵੇ ਕਿ ਉਹ ਕਿਉਂ ਕਰ ਰਹੇ ਨੇ, ਕੀ ਚੀਜ਼ ਐ, ਅਸੀਂ ਉਸ ਨੂੰ ਸਮਝ ਸਕੀਏ। ਐ ਨਾ ਹੋਵੇ ਕਿ ਉਹਨੇ ਡਿਸੀਜਨ ਲਿੱਤਾ, ਡਿਸੀਜਨ ਦੇ ਪਿੱਛੇ ਦਾ ਲੌਜਿਕ ਕਿਸੇ ਨੂੰ ਵੀ ਸਮਝ ਨਾ ਆ ਸਕੇ ਜਾਂ ਸਾਨੂੰ ਨਹੀਂ ਪਤਾ ਕਿ ਉਹ ਡਿਸੀਜਨ ਕਿਉਂ ਲਿੱਤਾ ਗਿਆ। ਤਾਂ ਟਰਾਂਸਪੇਰੈਂਸੀ ਹੋਣੀ ਚਾਹੀਦੀ ਹੈ। ਦੇਖੋ ਟਰਾਂਸਪੇਰੈਂਸੀ ਦੇ ਨਾਲ ਜੋ ਤੁਹਾਡੇ ਇਨਵੈਸਟਰ ਹੋਣਗੇ ਉਹ ਇਨਫੋਰਮਡ ਹੋਣਗੇ, ਉਹਨਾਂ ਨੂੰ ਤੁਹਾਡੇ ਬਾਰੇ ਪੂਰੀ ਜਾਣਕਾਰੀ ਹੋਊਗੀ। ਇਨਫੋਰਮਡ ਇਨਵੈਸਟਰ ਰਿਸਕ ਨੂੰ ਦੇਖ ਸਕਦੇ ਨੇ, ਸਮਝ ਸਕਦੇ ਨੇ ਤੇ ਉਸ ਮੁਤਾबिक ਆਪਣੇ ਡਿਸੀਜਨ, ਆਪਣੀ ਜਜਮੈਂਟ ਬਣਾ ਸਕਦੇ ਨੇ। ਲੇਕਿਨ ਜਿਹੜੇ ਇਲ ਇਨਫੋਰਮਡ ਹੁੰਦੇ ਨੇ, ਜਿਨ੍ਹਾਂ ਨੂੰ ਪੂਰੀ ਜਾਣਕਾਰੀ ਨਹੀਂ ਹੁੰਦੀ ਹੈਗੀ ਜਾਂ ਗਲਤ ਜਾਣਕਾਰੀ ਹੁੰਦੀ ਹੈ, ਜੋ ਕੁਝ ਕੰਪਨੀ ਦੇ ਵਿੱਚ ਹੁੰਦਾ ਹੈ, ਜੋ ਕੁਝ ਨਿਊਜ਼ ਦੇ ਵਿੱਚ ਆਉਂਦਾ ਹੈ, ਉਹ ਉਹਨਾਂ ਚੀਜ਼ਾਂ ਨੂੰ ਲੈ ਕੇ ਰਿਐਕਟ, ਓਵਰ ਰਿਐਕਟ ਹੀ ਕਰ ਸਕਦੇ ਨੇ, ਜੋ ਕੰਪਨੀ ਲਈ ਚੰਗਾ ਨਹੀਂ ਹੈ। ਜੋ ਕੰਪਨੀ ਨੂੰ ਸਮਝ ਨਹੀਂ ਪਾ ਰਿਹਾ, ਉਹ ਕੰਪਨੀ ਨੂੰ ਲੈ ਕੇ ਜੋ ਕੁਝ ਘਟਿਤ ਹੋ ਰਿਹਾ ਹੈ, ਜੋ ਕੁਝ ਹੋ ਰਿਹਾ ਹੈ, ਉਸ ਨੂੰ ਲੈ ਕੇ ਰਿਐਕਸ਼ਨ, ਓਵਰ ਰਿਐਕਸ਼ਨ ਹੀ ਦਊਗਾ, ਜੋ ਕੰਪਨੀ ਲਈ ਮਾੜਾ ਹੋ ਸਕਦਾ ਹੈ। ਠੀਕ ਹੈ, ਇਸ ਕਰਕੇ ਇੱਕ ਚੰਗੇ ਸਿਸਟਮ ਲਈ, ਇੱਕ ਅੱਛੀ ਕਾਰਪੋਰੇਟ ਗਵਰਨੈਂਸ ਲਈ ਟਰਾਂਸਪੇਰੈਂਸੀ ਜ਼ਰੂਰੀ ਹੈ। ਦੇਖੋ ਇੱਥੇ ਹੁਣ ਆਪਾਂ ਗੱਲ ਕਰਦੇ ਹਾਂ ਟਰਾਂਸਪੇਰੈਂਸੀ ਦਾ ਫਾਇਦਾ ਕੀ ਹੈ। ਮੈਂ ਪਹਿਲਾਂ ਵੀ ਕਹਿ ਚੁੱਕਿਆ, ਟਰਾਂਸਪੇਰੈਂਸੀ ਦੇ ਨਾਲ ਸਟੇਕ ਹੋਲਡਰ ਨੂੰ
ਮੈਨੇਜਮੈਂਟ ਦੇ ਉੱਤੇ ਕੌਨਫੀਡੈਂਸ ਆਉਂਦਾ ਹੈ। ਟਰਾਂਸਪੇਰੈਂਸੀ ਦਾ ਮਤਲਬ ਇਹ ਵੀ ਨਹੀਂ ਕਿ ਬਹੁਤ ਟਾਈਮ ਬਾਅਦ ਤੁਸੀਂ ਚੀਜ਼ਾਂ ਦੱਸ ਰਹੇ ਹੋ, ਨਾ, ਰੀਅਲ ਟਾਈਮ ਫੈਕਟਸ ਦੱਸ ਰਹੇ ਹੋ ਸਮੇਂ ਸਮੇਂ ਤੇ, ਠੀਕ ਹੈ ਨਾ। ਜਦ ਸਟੇਕ ਹੋਲਡਰਸ ਨੂੰ, ਸ਼ੇਅਰ ਹੋਲਡਰਸ ਨੂੰ ਕੰਪਨੀ ਦੀ ਮੈਨੇਜਮੈਂਟ ਤੇ ਵਿਸ਼ਵਾਸ ਹੁੰਦਾ ਹੈ, ਕੌਨਫੀਡੈਂਸ ਹੁੰਦਾ ਹੈ, ਤਾਂ ਹੋਰ ਇਨਵੈਸਟਮੈਂਟ ਕਰਨ ਦੀ ਉਹਨਾਂ ਦੇ ਵਿੱਚ ਇੱਛਾ ਹੁੰਦੀ ਹੈ, ਜਿਹਦੇ ਨਾਲ ਕੋਸਟ ਆਫ ਕੈਪੀਟਲ ਘੱਟ ਜਾਂਦੀ ਹੈ, ਫਰੋਡ ਦੇ ਚਾਂਸਸ ਘੱਟ ਜਾਂਦੇ ਨੇ। ਇਹਨਾਂ ਸਾਰੇ ਫੈਕਟਰ ਕਰਕੇ ਕੰਪਨੀ ਦੀ ਫਾਈਨੈਂਸ਼ੀਅਲ ਪਰਫਾਰਮੈਂਸ ਵੀ ਇੰਪਰੂਵ ਹੁੰਦੀ ਹੈ। ਤੇ ਇਹਦੇ ਨਾਲ ਰਿਲੇਟਡ ਕਈ ਰਿਸਰਚ ਵੀ ਹੋਈਆਂ ਨੇ, ਤੇ ਉੱਥੇ ਇੰਪਰੂਵ ਹੋਇਆ ਹੈ ਕਿ ਜਿੱਥੇ ਚੰਗੀ ਗਵਰਨੈਂਸ ਹੁੰਦੀ ਹੈ, ਜਿੱਥੇ ਟਰਾਂਸਪੇਰੈਂਸੀ ਹੁੰਦੀ ਹੈ, ਉੱਥੇ ਫਾਈਨੈਂਸ਼ੀਅਲ ਪਰਫਾਰਮੈਂਸ ਵੀ ਵਧੀਆ ਹੁੰਦੀ ਹੈ। ਅਕਾਊਂਟੇਬਿਲਿਟੀ, ਅਕਾਊਂਟੇਬਿਲਿਟੀ ਦਾ ਮਤਲਬ ਕੀ ਹੈ? ਅਕਾਊਂਟਿੰਗਬਿਲਿਟੀ ਦਾ ਮਤਲਬ ਉਹ ਜ਼ਿੰਮੇਵਾਰੀ ਤੋਂ ਹੈ, ਉਹ ਰਿਸਪੌਂਸਿਬਿਲਿਟੀ ਤੋਂ ਹੈ, ਜਿੱਥੇ ਇੱਕ ਪਰਸਨ ਦੂਜੇ ਪਰਸਨ ਨੂੰ ਐਕਸਪਲੇਨੇਸ਼ਨ ਜਾਂ ਡੈਮੋਸਟ੍ਰੇਸ਼ਨ ਜੋ ਕਰ ਰਿਹਾ ਹੈ, ਜੋ ਐਕਸ਼ਨਸ ਲੈ ਰਿਹਾ ਹੈ, ਜੋ ਡਿਸੀਜ਼ਨ ਲੈ ਰਿਹਾ ਹੈ, ਜਾਂ ਜੋ ਉਹਦੇ ਐਕਸ਼ਨਸ ਜਾਂ ਡਿਸੀਜ਼ਨਸ ਕਰਕੇ ਨਤੀਜੇ ਆਏ, ਉਹਨਾਂ ਦੀ ਐਕਸਪਲੇਨੇਸ਼ਨ ਦੇਣ ਲਈ ਓਬਲਿਗਡ ਹੁੰਦਾ ਹੈ, ਜ਼ਿੰਮੇਵਾਰ ਹੁੰਦਾ ਹੈ, ਜਵਾਬਦੇਹ ਹੁੰਦਾ ਹੈ। ਅਕਾਊਂਟਿੰਗ ਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਸਿਰਫ ਚੀਜ਼ਾਂ ਦੀ ਐਕਸਪਲੇਨੇਸ਼ਨ ਦੇਣੀ ਹੈ। ਅਕਾਊਂਟੇਬਿਲਿਟੀ ਦਾ ਮਤਲਬ ਇਹ ਵੀ ਹੈ ਕਿ ਤੁਸੀਂ ਹੋਰਾਂ ਨੂੰ ਵੀ ਜ਼ਿੰਮੇਵਾਰ ਬਣਾਉਣਾ ਹੈ, ਹੋਰਾਂ ਨੂੰ ਵੀ ਜਵਾਬਦੇਹ ਬਣਾਉਣਾ ਹੈ, ਠੀਕ ਹੈ। ਤੇ ਰੈਗੂਲੇਟਰੀ ਰਿਕੁਆਇਰਮੈਂਟਸ ਤੋਂ ਉੱਤੇ ਦੀ ਗੱਲ ਹੈ ਇਹ, ਸਿਰਫ ਇਹ ਨਹੀਂ ਹੈਗਾ ਕਿ ਤੁਹਾਨੂੰ ਅਕਾਊਂਟਿੰਗ ਸਟੈਂਡਰਡ ਦੇ ਵਿੱਚ ਕਿਹਾ ਗਿਆ ਕਿ ਤੁਸੀਂ ਇਹ ਗੱਲ ਦਾ ਜਵਾਬ ਦੇਣਾ ਹੈ ਮੀਟਿੰਗ ਦੇ ਵਿੱਚ, ਸੈਕਟਰੀਅਲ ਸਟੈਂਡਰਡਸ ਦੇ ਵਿੱਚ ਜਾਂ ਕੰਪਨੀ ਲਾ ਦੇ ਵਿੱਚ ਤੁਹਾਡੀ ਜ਼ਿੰਮੇਵਾਰੀ, ਤੁਹਾਡੀ ਜਵਾਬਦੇਹੀ ਉੱਥੇ ਤੱਕ ਹੈ, ਨਹੀਂ, ਇਹ ਉਸ ਤੋਂ ਅੱਗੇ ਹੈ। ਜਵਾਬਦੇਹੀ ਕਿਉਂ ਬਣਦੀ ਹੈ? ਵਾਈ ਅਸੀਂ ਮਤਲਬ ਅਕਾਊਂਟੇਬਿਲਿਟੀ ਦਾ ਕੁਐਸਚਨ ਅਰਾਈਜ਼ ਕਿੱਥੇ ਹੁੰਦਾ ਹੈ? ਅਕਾਊਂਟੇਬਿਲਿਟੀ ਦਾ ਕੁਐਸਚਨ ਉੱਥੇ ਅਰਾਈਜ਼ ਹੁੰਦਾ ਜਿੱਥੇ ਫਿਡਿਊਸ਼ਰੀ ਰਿਲੇਸ਼ਨਸ਼ਿਪ ਹੁੰਦਾ ਹੈ। ਫਿਡਿਊਸ਼ਰੀ ਰਿਲੇਸ਼ਨਸ਼ਿਪ ਕੀ ਹੁੰਦਾ ਹੈ? ਫਿਡਿਊਸ਼ਰੀ ਰਿਲੇਸ਼ਨਸ਼ਿਪ ਉਹ ਹੁੰਦਾ ਹੈ ਕਿ ਤੁਸੀਂ ਕਿਸੇ ਦੇ ਬਿਹਾਫ ਤੇ ਐਕਟ ਕਰ ਰਹੇ ਹੋ, ਤੁਹਾਨੂੰ ਕੋਈ ਪਰਸਨ ਤੁਹਾਨੂੰ ਪਾਵਰ ਦੇ ਰਿਹਾ ਉਹਦੇ ਬਿਹਾਫ ਤੇ ਐਕਟ ਕਰਨ ਲਈ, ਤੇ ਕੰਪਨੀ ਦੇ ਕੇਸ ਦੇ ਵਿੱਚ ਇਹ ਗੱਲ ਬਿਲਕੁਲ ਸਹੀ ਹੈ। ਕੰਪਨੀ ਦੇ ਕੇਸ ਦੇ ਵਿੱਚ ਸ਼ੇਅਰ ਹੋਲਡਰ ਬੋਰਡ ਆਫ ਡਾਇਰੈਕਟਰਸ ਨੂੰ ਉਹਨਾਂ ਦੇ ਬਿਹਾਫ ਤੇ ਐਕਟ ਕਰਨ ਲਈ ਪਾਵਰ ਦਿੰਦੇ ਨੇ। ਬੋਰਡ ਆਫ ਡਾਇਰੈਕਟਰਸ ਸ਼ੇਅਰ ਹੋਲਡਰ ਦੇ ਬਿਹਾਫ ਤੇ ਡਿਸੀਜਨਸ ਲੈਂਦੇ ਨੇ, ਕੰਪਨੀ ਨੂੰ ਮੈਨੇਜ ਕਰਦੇ ਨੇ, ਕੰਪਨੀ ਨੂੰ ਕੰਟਰੋਲ ਕਰਦੇ ਨੇ। ਉਹਨਾਂ ਦੇ ਵਿੱਚ ਪ੍ਰਿੰਸੀਪਲ ਅਤੇ ਏਜੰਟ ਦਾ ਰਿਲੇਸ਼ਨਸ਼ਿਪ ਹੈ। ਸ਼ੇਅਰ ਹੋਲਡਰ ਪ੍ਰਿੰਸੀਪਲ ਨੇ ਤੇ ਬੋਰਡ ਆਫ ਡਾਇਰੈਕਟਰਸ ਏਜੰਟ ਨੇ, ਤੇ ਉਹਨਾਂ ਏਜੰਟ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਪ੍ਰਿੰਸੀਪਲ ਦੇ ਇੰਟਰਸਟ ਨੂੰ ਅੱਗੇ ਰੱਖਣ, ਤੇ ਉਹਨਾਂ ਦੀ ਇਹ ਜ਼ਿੰਮੇਵਾਰੀ ਵੀ ਬਣਦੀ ਹੈ ਜੋ ਐਕਸ਼ਨ ਲੈ ਰਹੇ ਨੇ ਜਾਂ ਜੋ ਉਹਨਾਂ ਦੇ ਐਕਸ਼ਨਸ ਕਰਕੇ ਨਤੀਜੇ ਆ ਰਹੇ ਨੇ, ਉਹ ਉਹਨਾਂ ਨੂੰ ਆਪਣੇ ਪ੍ਰਿੰਸੀਪਲ ਨੂੰ ਐਕਸਪਲੇਨ ਕਰਨ। ਜੋ ਐਕਸਪਲੇਨ ਕਰਨ ਦੇ ਵਿੱਚ ਫੇਲ ਹੁੰਦੇ ਨੇ, ਕਿਤੇ ਨਾ ਕਿਤੇ ਵਿਸ਼ਵਾਸ ਘਟਦਾ ਹੈ। ਇਹ ਸੈਪਰੇਸ਼ਨ ਆਫ ਓਨਰਸ਼ਿਪ ਫਰੋਮ ਮੈਨੇਜਮੈਂਟ ਹੀ ਕਾਰਨ ਹੈ ਕਿ ਕੋਰਪੋਰੇਟ ਦੇ ਵਿੱਚ ਤੁਹਾਨੂੰ ਅਕਾਊਂਟੇਬਿਲਿਟੀ ਤੁਹਾਡੀ ਡਿਸਾਈਡਡ ਹੋਣੀ ਚਾਹੀਦੀ ਹੈ, ਕਲੀਅਰ ਹੋਣੀ ਚਾਹੀਦੀ ਹੈ। ਕਿਉਂਕਿ ਦੇਖੋ, ਜਦ ਮੈਨੇਜਮੈਂਟ ਨੂੰ ਪੂਰੀ ਪਾਵਰ ਹੈ, ਬੋਰਡ ਆਫ ਡਾਇਰੈਕਟਰਸ ਨੂੰ ਪਾਵਰ ਦਿੱਤੀ ਗਈ ਹੈ ਸ਼ੇਅਰ ਹੋਲਡਰਸ ਵੱਲੋਂ ਸਾਰਾ ਕੁਝ ਮੈਨੇਜ ਕਰਨ ਦੀ, ਫੰਡ ਦਿੱਤੇ ਗਏ ਨੇ, ਸਭ ਕੁਝ ਮਿਲਦਾ ਉਹਨਾਂ ਨੂੰ, ਉਹਨਾਂ ਦੀ ਬਹੁਤ ਜ਼ਿਆਦਾ ਸੈਲਰੀ ਦਿੱਤੀ ਜਾਂਦੀ ਹੈ, ਇਨਸੈਂਟਿਵ ਦਿੱਤੇ ਜਾਂਦੇ ਨੇ, ਠੀਕ ਹੈ। ਲੇਕਿਨ ਅਗਰ ਮੈਨੇਜਰ ਇੰਟੈਂਸ਼ਨਲੀ ਜਾਂ ਗਲਤੀ ਨਾਲ ਕੋਈ ਫੈਕਟ ਲੁਕਾਉਂਦੇ ਨੇ, ਫੈਕਟ ਨਹੀਂ ਦੱਸਦੇ ਹੈਗੇ ਰਿਪੋਰਟਸ ਦੇ ਵਿੱਚ, ਜਾਂ ਕਿਸੇ ਤਰ੍ਹਾਂ ਦੀ ਲਾਪਰਵਾਹੀ ਕਰਦੇ ਨੇ, ਜਾਂ ਉਹਨਾਂ ਦੀ ਕੋਈ ਨਲਾਇਕੀ ਕਾਰਨ ਕੋਈ ਨੁਕਸਾਨ ਹੁੰਦਾ ਹੈ, ਤਾਂ ਬ੍ਰੀਚ ਆਫ ਟਰਸਟ ਹੁੰਦਾ ਹੈ, ਵਿਸ਼ਵਾਸ ਟੁੱਟ ਜਾਂਦਾ ਹੈ ਓਨਰਸ ਦਾ ਮੈਨੇਜਰਸ ਸੇ, ਜਿਸ ਨੂੰ ਅਵੋਇਡ ਕੀਤਾ ਜਾ ਸਕਦਾ ਹੈ। ਕਿਵੇਂ ਅਵੋਇਡ ਕੀਤਾ ਜਾ ਸਕਦਾ ਹੈ? ਟਰਾਂਸਪੇਰੈਂਸੀ ਨਾਲ ਅਵੋਇਡ ਕੀਤਾ ਜਾ ਸਕਦਾ ਹੈ, ਅਕਾਊਂਟੇਬਿਲਿਟੀ ਨਾਲ ਅਵੋਇਡ ਕੀਤਾ ਜਾ ਸਕਦਾ ਹੈ। ਮੈਨੇਜਰ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਸ਼ੇਅਰ ਹੋਲਡਰਸ ਨੂੰ, ਸਟੇਕ ਹੋਲਡਰਸ ਨੂੰ ਜੋ ਇੰਪੋਰਟੈਂਟ ਡਿਸੀਜਨਸ ਨੇ, ਕਰੂਸ਼ਲ ਡਿਸੀਜਨ ਲਿੱਤੇ ਗਏ ਨੇ, ਜਾਂ ਜੋ ਕਰੂਸ਼ਲ ਰਿਜ਼ਲਟ ਆਏ ਨੇ, ਕਰੂਸ਼ਲ ਇਵੈਂਟਸ ਨੇ, ਉਹਨਾਂ ਦੇ ਪਿੱਛੇ ਜੋ ਵੀ ਹੈ ਉਸਨੂੰ ਐਕਸਪਲੇਨ ਕਰਨ, ਉਹਨਾਂ ਦੇ ਪਿੱਛੇ ਰੀਜ਼ਨ ਦੇਣ। ਇਹਦੇ ਨਾਲ ਵਿਸ਼ਵਾਸ ਬਣਦਾ ਹੈ, ਟਰਸਟ ਬਣਦਾ ਹੈ। ਮੈਂ ਪਹਿਲਾਂ ਵੀ ਕਿਹਾ, ਇਨਫੋਰਮਡ ਇਨਵੈਸਟਰ ਆਪਣੇ ਆਪ ਤੁਹਾਡਾ ਰਿਸਕ ਅਸੈਸ ਕਰਨਗੇ ਕੰਪਨੀ ਦਾ ਤੇ ਆਪਣਾ ਡਿਸੀਜਨ ਲੈਣਗੇ। ਪਰ ਜਿਹੜੇ ਇਲ ਇਨਫੋਰਮਡ ਹੁੰਦੇ ਨੇ, ਜਿਨ੍ਹਾਂ ਨੂੰ ਅੱਧੀ ਜਾਣਕਾਰੀ ਹੁੰਦੀ ਹੈ, ਉਹ ਕੰਪਨੀ ਲਈ ਖਤਰਨਾਕ ਹੈ, ਕਿਉਂਕਿ ਉਹ ਓਵਰ ਰਿਐਕਸ਼ਨ ਕਰਨਗੇ,
ਉਹਦੇ ਨਾਲ ਕੰਪਨੀ ਨੂੰ ਫਾਇਦਾ ਨਹੀਂ ਹੋਣ ਵਾਲਾ, ਨੁਕਸਾਨ ਹੀ ਹੋਊਗਾ। ਤਾਂ ਇਹ 3 ਪ੍ਰਿੰਸੀਪਲ ਸੀਗੇ ਇੱਕ ਚੰਗੇ ਸਿਸਟਮ ਨੂੰ ਲੈ ਕੇ, ਜਾਂ ਫਿਰ ਕਹਿ ਲਓ ਇੱਕ ਗੁੱਡ ਕਾਰਪੋਰੇਟ ਗਵਰਨੈਂਸ ਨੂੰ ਲੈ ਕੇ। ਮੈਂ ਪਹਿਲਾਂ ਕਿਹਾ ਇਹ 3 ਕੋਰ ਪ੍ਰਿੰਸੀਪਲ ਨੇ, ਬੇਸਿਕ ਪ੍ਰਿੰਸੀਪਲ। ਤੁਸੀਂ ਪ੍ਰਿੰਸੀਪਲਸ ਦੀ ਲਿਸਟ ਨੂੰ 3 ਤੋਂ 6 8 ਵਧਾ ਸਕਦੇ ਹੋ। ਇੰਡੀਪੈਂਡੈਂਸ, ਇੰਟੀਗ੍ਰਿਟੀ, ਰਿਸਪੋਂਸਿਵਨੈਸ, ਤੁਸੀਂ ਬਹੁਤ ਪੁਆਇੰਟਸ ਐਡ ਕਰ ਸਕਦੇ ਹੋ। ਲੇਕਿਨ ਜਦ ਕੋਰ ਪ੍ਰਿੰਸੀਪਲਸ ਦੀ ਗੱਲ ਆਉਂਦੀ ਹੈ ਤਾਂ ਉੱਥੇ ਇਹੀ 3 ਚੀਜ਼ਾਂ ਦੀ ਗੱਲ ਕੀਤੀ ਜਾਊਗੀ: ਫੇਅਰਨੈਸ, ਟਰਾਂਸਪੇਰੈਂਸੀ, ਅਕਾਊਂਟੇਬਿਲਿਟੀ। ਤੇ ਇਹ ਤਿੰਨੋਂ ਕੰਸੈਪਟ, ਇਹ ਤਿੰਨੋਂ ਪੁਆਇੰਟਸ ਬਹੁਤ ਇੰਪੋਰਟੈਂਟ ਨੇ ਸ਼ੋਰਟ ਆਂਸਰ ਟਾਈਪ ਕੁਐਸਚਨਸ ਲਈ, ਜੋ ਤੁਹਾਨੂੰ 3 ਮਾਰਕਸ ਦੇ ਵਿੱਚ ਪੁੱਛੇ ਜਾਂਦੇ ਨੇ ਕੁਐਸਚਨ ਉਸ ਪੁਆਇੰਟ ਆਫ ਵਿਊ ਨਾਲ। ਤਾਂ ਇਹਨਾਂ ਨੂੰ ਦੇਖੋ, ਸਮਝਣਾ ਆਸਾਨ ਹੈ, ਸਮਝਾਉਣਾ ਬੜਾ ਮੁਸ਼ਕਿਲ ਹੈ। ਇਹ ਵਾਲੇ 3 ਪੁਆਇੰਟਸ ਟਰਾਂਸਪੇਰੈਂਸੀ ਸਮਝ ਆਉਂਦਾ ਹੈ, ਲਫ਼ਜ਼ ਸੁਣ ਕੇ ਹੀ ਸਮਝ ਆ ਜਾਂਦਾ ਹੈ, ਪਰ ਇਸ ਨੂੰ ਬਿਆਨ ਕਰਨਾ ਮੁਸ਼ਕਿਲ ਹੈ। ਤਾਂ ਇਹਨਾਂ ਤੇ ਥੋੜੀ ਜਿਹੀ ਤੁਹਾਨੂੰ ਮਿਹਨਤ ਕਰਨੀ ਚਾਹੀਦੀ ਹੈ, ਈਜ਼ੀ ਨਹੀਂ ਲੈਣਾ ਚਾਹੀਦਾ। ਬਾਕੀ ਉਮੀਦ ਹੈ ਕਿ ਤੁਹਾਨੂੰ ਇਸ ਲੈਕਚਰ ਲਗਾਉਣ ਤੋਂ ਬਾਅਦ ਇਹ ਤਿੰਨੋਂ ਕਨਸੈਪਟ ਸਮਝ ਆ ਗਏ ਹੋਣੇ। ਫੀਡਬੈਕ ਦੇ ਸਕਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ, ਕਿਉਂਕਿ ਤੁਹਾਡੀ ਫੀਡਬੈਕ ਮੈਨੂੰ ਮੋਟੀਵੇਟ ਕਰਦੀ ਰਹੂਗੀ ਕਿ ਮੈਂ ਹੋਰ ਲੈਕਚਰ ਰਿਕਾਰਡ ਕਰਾਂ ਤੇ ਇੱਥੇ ਅਪਡੇਟ ਕਰਾਂ। ਜੇ ਫੀਡਬੈਕ ਨਹੀਂ ਵੀ ਦੋਗੇ ਤਾਂ ਵੀ ਮੈਂ ਆਪਣੇ ਲੈਵਲ ਤੇ ਕੋਸ਼ਿਸ਼ ਕਰੂੰਗਾ ਕਿ ਜਦ ਤੱਕ ਮੇਰੇ ਅੰਦਰ ਮੋਟੀਵੇਸ਼ਨ ਹੈ, ਜਦ ਤੱਕ ਮੈਂ ਕਰ ਸਕਦਾ, ਮੈਂ ਲੈਕਚਰਸ ਰਿਕਾਰਡ ਕਰਾਂ ਤੇ ਅਪਡੇਟ ਕਰਦਾ ਰਹਾਂ। ਸਾਡੇ ਨਾਲ ਜੁੜੇ ਰਹਿਣ ਲਈ, ਸਿੱਖਦੇ ਰਹਿਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਥੈਂਕ ਯੂ।